लगता कि ये चोणां दे विच देरी क्यों हो रही है? ਹਿੰਦੁੱਤਵਾ ਤੇ ਆਰਐਸਐਸ ਸਾਨੂੰ ਦਬਾਉਣਾ ਚਾਹੁੰਦੀ ਹੈ, ਇਸ ਕਰਕੇ ਸਾਡੇ ਇਲੈਕਸ਼ਨ ਨਹੀਂ ਹੋਣ ਦਿੰਦੇ। ਉਹ ਤਲਵਾਰਾਂ ਇੱਕ ਮਿਆਨ ਦੇ ਵਿੱਚ ਨਹੀਂ ਰਹਿ ਸਕਦੀਆਂ। लगता कि ये केंद्र का हथ है, केंद्र जानबूझ के नहीं होने दे रहा है। ਬਿਲਕੁਲ ਸੈਂਟਰ ਦਾ ਹੱਥ ਹੈਗਾ। ਅਕਾਲੀ ਦਲ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਸ਼ਮੂਲੀਅਤ ਆ, ਫਿਰ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਹੁਣ ਇਹਦੇ 'ਚ ਕੀ ਸ਼ੱਕ ਹੈ? ਕਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਲੈਕਸ਼ਨ ਕਰਾਓ। 328 ਸੂਪਾਂ ਨੂੰ ਲੈ ਕੇ ਐਸਜੀਪੀਸੀ ਕਹਿੰਦੀ ਹੈ ਕਿ ਇਹ ਤਾਂ ਗੁੰਮ ਹੋਏ ਹੀ ਨਹੀਂ। ਤੇ ਫਿਰ ਸਾਨੂੰ ਦੱਸ ਦੇਣਾ ਸੀ ਤਾਂ ਇਹ ਬੇਗੋਵਾਲ ਮੋਰਚਾ ਲਾਇਆ ਹੋਇਆ ਹੈ, ਅਸੀਂ ਉਦੋਂ ਹੀ ਚੱਕ ਲਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਣਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਮੁੱਦਾ ਉਠਾਇਆ ਗਿਆ, ਕਿਹਾ ਗਿਆ ਕਿ ਇਹ ਚੋਣਾਂ ਕਰਵਾਈਆਂ ਜਾਣ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਉਹ ਲੈਣਾ ਪਵੇਗਾ। ਤਾਂ ਸਿਮਰਜੀਤ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਪਹਿਲਾ ਸਵਾਲ, ਤੁਹਾਨੂੰ ਕੀ ਲੱਗਦਾ ਕਿ ਇਹ ਚੋਣਾਂ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੀ ਦੇਰੀ ਤਾਂ ਹੋ ਰਹੀ ਹੈ ਜੀ ਕਿਉਂ ਕਰਕੇ ਹੁਣ ਦੋ ਤਲਵਾਰਾਂ ਇੱਕ ਮਿਆਨ ਦੇ ਵਿੱਚ ਨਹੀਂ ਰਹਿ ਸਕਦੀਆਂ ਤੇ ਦੋ ਕੌਮਾਂ ਇੱਥੇ ਹੈਗੀਆਂ, ਇੱਕ ਹਿੰਦੂ ਹੈ ਇੱਕ ਸਿੱਖ ਹੈ ਤੇ ਹਿੰਦੂਆਂ ਦੇ ਕੋਲੇ ਰਾਜ ਹੈ ਤੇ ਉਹ ਸਾਡੀ ਸਭ ਤੋਂ ਪੁਰਾਣੀ ਜਿਹੜੀ 1925 ਦੇ ਵਿੱਚ ਸਾਡੀ ਪਾਰਲੀਮੈਂਟ ਐਸਜੀਪੀਸੀ ਬਣੀ ਸੀ, ਉਸ ਨੂੰ ਚੱਲਣ ਨਹੀਂ ਦਿੰਦੇ ਕਿ ਉਹਨਾਂ ਨੂੰ ਖਤਰਾ ਹੈ ਕਿ ਇਹਦੇ ਜਿਹੜੇ ਫੈਸਲੇ ਹੈ ਉਹ ਉਹਨਾਂ ਦੀ ਸੋਚ ਦੇ ਵਿਰੁੱਧ ਹੋਣਗੇ ਜਾਂ ਹੋ ਸਕਦੇ ਹੈ। ਜਿਵੇਂ ਇੰਡੀਆ ਨੇ ਬਲੂ ਸਟਾਰ ਕੀਤਾ, ਬਰਤਾਨੀਆ ਦੀ ਫੌਜ, ਰੂਸ ਦੀ ਫੌਜ ਮੰਗਾ ਕੇ ਆਪਣੀ ਫੌਜ ਦੇ ਨਾਲ ਸਟੇਟਲੈਸ ਸਿੱਖਸ ਦੇ ਉੱਤੇ ਹਮਲੇ ਕੀਤੇ ਹੈ ਤੇ ਅਜੇ ਤੱਕ ਉਹਦੀ ਇਨਕੁਆਇਰੀ ਨਹੀਂ ਹੋਈ ਤੇ ਕਹਿੰਦੇ ਆ ਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ, ਇਸੇ ਕਰਕੇ ਅਸੀਂ ਇਹਦੀ ਤਫਤੀਸ਼ ਨਹੀਂ ਕਰਾ ਸਕਦੇ ਹੈਗੇ। ਹੁਣ ਜਦੋਂ ਇਹੋ ਜਿਹੇ ਵਿਗੜ ਜਾਣ ਤਲਕਾਤ ਤਾਂ ਫਿਰ ਹਿੰਦੁੱਤਵਾ ਤੇ ਆਰਐਸਐਸ ਸਾਨੂੰ ਦਬਾਉਣਾ ਚਾਹੁੰਦੀ ਹੈ, ਇਸ ਕਰਕੇ ਸਾਡੇ ਇਲੈਕਸ਼ਨ ਨਹੀਂ ਹੋਣ ਦਿੰਦੇ। ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੇਂਦਰ ਦਾ ਹੱਥ ਹੈ, ਕੇਂਦਰ ਜਾਣਬੁੱਝ ਕੇ ਨਹੀਂ ਹੋਣ ਦੇ ਰਿਹਾ ਇਹ? ਬਿਲਕੁਲ ਸੈਂਟਰ ਦਾ ਹੱਥ ਹੈਗਾ ਔਰ ਉਹ ਸਰਜੀਤ ਰੱਖਣਾ ਚਾਹੁੰਦੇ ਹੈ ਆਪਣੇ ਹਿੰਦੁੱਤਵਾ ਪੱਖੀ ਬਾਦਲ ਦਲੀਏ ਤੇ ਹੋਰ ਇਹੋ ਜਿਹੇ ਜਿਹੜੇ ਸਿੱਖ ਵਿਗੜ ਕੇ ਹਿੰਦੁੱਤਵਾ ਦੇ ਵਿੱਚ ਚਲੇ ਗਏ ਹੈ, ਇਸ ਕਰਕੇ ਉਹਨਾਂ ਨੂੰ ਹੀ ਉੱਥੇ ਰੱਖਣਾ ਚਾਹੁੰਦੇ ਹੈ, ਇਸ ਕਰਕੇ ਉਹ ਇਲੈਕਸ਼ਨ ਨਹੀਂ ਕਰਾ ਰਹੇ। ਪਰ ਅਸੀਂ ਵਰਲਡ ਬਾਡੀਜ਼ ਨੂੰ, ਜਿਹੜਾ ਰਿਲੀਜੀਅਸ ਕਮਿਸ਼ਨ ਅਮਰੀਕਾ ਦਾ ਹੈ, ਉਸ ਨੂੰ ਵੀ ਕੱਲ੍ਹ 18 ਨੂੰ ਜਿਹੜਾ ਅਸੀਂ ਵੱਡਾ ਉੱਥੇ ਕਰ ਰਹੇ ਹਾਂ ਕਾਨਫਰੰਸ, ਉਹਦੀ ਰਿਪੋਰਟ ਵੀ ਭੇਜਾਂਗੇ। ਇਹ ਇੰਟਰਨੈਸ਼ਨਲ ਮੁੱਦਾ ਬਣ ਜੂਗਾ ਕਿ ਸਭ ਤੋਂ ਪੁਰਾਣੀ ਇੰਡੀਆ ਦੀ ਏਸ਼ੀਆ ਦੀ ਪਾਰਲੀਮੈਂਟ ਦੇ ਇਲੈਕਸ਼ਨ ਹਿੰਦੁੱਤਵਾ ਨੇ ਕਿਉਂ ਬੰਦ ਕੀਤੇ ਹੋਏ ਹੈ। ਪਰ ਇਹਦੇ ਵਿੱਚ ਫਿਰ ਕੀ ਇਹ ਸਿੱਧੇ ਤੌਰ 'ਤੇ ਵੀ ਕਿਹਾ ਜਾ ਸਕਦਾ ਕਿ ਅਕਾਲੀ ਦਲ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਸ਼ਮੂਲੀਅਤ ਆ, ਫਿਰ ਤੁਹਾਡੇ ਕਹਿਣ ਦਾ ਮਤਲਬ ਇਹ ਹੈ? ਬਿਲਕੁਲ ਹੈਗੀ ਹੈ। ਹੁਣ ਇਹਦੇ 'ਚ ਕੀ ਸ਼ੱਕ ਹੈ? ਕਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਲੈਕਸ਼ਨ ਕਰਾਓ? ਕਦੇ ਨਹੀਂ ਕਿਹਾ। ਕਾਂਗਰਸ ਨੇ ਨਹੀਂ ਕਦੇ ਕਿਹਾ। ਇਹ ਜਿੰਨੀਆਂ ਵੀ ਹਿੰਦੁੱਤਵਾ ਦੇ ਨਾਲ ਪਾਰਟੀਆਂ ਚੱਲਦੀਆਂ, ਜਿਹੜੀਆਂ ਕਹਿੰਦੀਆਂ ਜੈ ਹਿੰਦ, ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ, ਇਹ ਸਾਰੀਆਂ ਆਰਐਸਐਸ ਦੇ ਨਾਲ ਚੱਲਦੀਆਂ। ਇਹ ਨਹੀਂ ਇਸ ਇਲੈਕਸ਼ਨਸ ਦੇ ਹੱਕ ਦੇ ਵਿੱਚ ਹੈਗੇ ਹੈ ਤੇ ਸੈਂਟਰ ਇਜ਼ ਸਿਟਿੰਗ ਪ੍ਰੀਟੀ, ਉਹਨਾਂ ਦੇ ਬੰਦਿਆਂ ਦੇ ਕੋਲੇ ਇਹਦਾ ਕਬਜ਼ਾ ਹੈਗਾ, ਬਾਦਲ ਦਲ ਦਾ, ਐਸਜੀਪੀਸੀ ਦਾ। ਹੁਣ ਇਹਦੀ ਬਜਟ ਕਿਵੇਂ ਪਾਸ ਕਰਦੇ ਆ ਜਦੋਂ ਇਹਦੇ ਇਲੈਕਸ਼ਨਸ ਨਹੀਂ ਹੋਏ? ਇਹਦੇ ਜਥੇਦਾਰ ਕਿਵੇਂ ਅਪੁਆਇੰਟ ਕਰਦੇ ਆ ਜਦੋਂ ਉਹਨਾਂ ਦੇ ਪਾਰਲੀਮੈਂਟ ਦੇ ਪਿੱਛੇ ਮੈਂਡੇਟ, ਲੋਕਾਂ ਦੀ ਆਵਾਜ਼ ਹੈ ਨਹੀਂ, ਵੋਟ ਹੈ ਨਹੀਂ ਗੀ? ਇਹ ਸਾਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਨੂੰ ਸਿੱਖਾਂ ਨੂੰ ਰਗੜਾ ਦੇ ਰਹੇ ਆ। ਇਸ ਤਰੀਕੇ ਦੇ ਨਾਲ ਖਤਰਾ ਕਿਸ ਗੱਲ ਦਾ ਹੈ ਕੇਂਦਰ ਸਰਕਾਰ ਨੂੰ, ਜੇਕਰ ਇਹ ਐਸਜੀਪੀਸੀ ਦੀਆਂ ਚੋਣਾਂ ਹੋ ਜਾਂਦੀਆਂ ਨੇ? ਕਿਉਂਕਿ ਹੁਣ ਵੀ ਤਾਂ ਐਸਜੀਪੀਸੀ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਪਈ ਹੈ ਪਹਿਲਾਂ ਵਾਂਗ।
ਇਹ ਜਿਹੜੀ ਐਸਜੀਪੀਸੀ ਹੈ ਇਹ ਜਿਵੇਂ ਕੰਮ ਕਰਦੀ ਹੈ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਨਵੇਂ ਟਰਸਟ ਬਣਾ ਰਹੇ ਹੈ ਜਿਹੜੇ ਐਸਜੀਪੀਸੀ ਦੇ ਮਤਹਿਤ ਨਹੀਂ ਹੈ, ਆਪਣੇ ਜਥੇਦਾਰ ਅਪੁਆਇੰਟ ਕਰ ਰਹੇ ਹੈ ਜਿਨ੍ਹਾਂ ਦੀ ਇਹਨਾਂ ਦੇ ਕੋਲੇ ਲੋਕਾਂ ਦੀ ਵੋਟ ਹੈ ਨਹੀਂ ਗੀ। ਇਹ ਭਰਤੀ ਕਰ ਰਹੇ ਹੈ, ਸਾਰਾ ਕੁਝ ਕਰ ਰਹੇ ਹੈ, ਪਰ ਸਿੱਖਾਂ ਦੇ ਜਿਹੜੇ ਮਸਲੇ ਹੈ 328 ਮਹਾਰਾਜ ਦੇ ਸਰੂਪ ਜਿਹੜੇ ਐਸਜੀਪੀਸੀ ਨੇ ਗਾਇਬ ਕਰਤੇ ਹੈ ਉਹਦੇ ਬਾਰੇ ਇਹ ਜ਼ਿੰਮੇਵਾਰੀ ਨਹੀਂ ਲੈਂਦੇ। ਜਿਹੜੇ ਬਰਗਾੜੀ ਦੇ ਵਿੱਚ ਤੇ ਫਿਰ ਕੋਟਕਪੂਰੇ ਦੇ ਵਿੱਚ ਸਿੱਖਾਂ ਦੀ ਬੇਅਦਬੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹਦੇ ਬਾਰੇ ਵੀ ਖਾਮੋਸ਼ ਹੈ। ਇਹ ਸੈਣੀ ਨੂੰ ਵੀ ਸਪੋਰਟ ਕਰ ਰਹੇ ਹੈ, ਇਹ ਬਾਦਲ ਨੂੰ ਵੀ ਸਪੋਰਟ ਕਰ ਰਹੇ ਹੈ, ਇਹ ਸੁਖਬੀਰ ਨੂੰ ਵੀ ਸਪੋਰਟ ਕਰ ਰਹੇ ਹੈ, ਇਹ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਵੀ ਸਪੋਰਟ ਕਰਦੇ ਹੈ। ਇਹ ਚਾਰੇ ਸ਼ਖਸੀਅਤਾਂ ਜ਼ਿੰਮੇਵਾਰ ਹੈ ਜੋ ਸਿੱਖੀ ਦੇ ਨਾਲ ਅੱਜ ਹੋ ਰਿਹਾ ਹੈ, ਜੋ ਬੇਅਦਬੀ ਗੁਰੂ ਮਹਾਰਾਜ ਦੀ ਹੋ ਰਹੀ ਹੈ। ਅੱਛਾ, 328 ਸਰੂਪਾਂ ਨੂੰ ਲੈ ਕੇ ਐਸਜੀਪੀਸੀ ਕਹਿੰਦੀ ਹੈ ਕਿ ਇਹ ਤਾਂ ਗੁੰਮ ਹੋਏ ਹੀ ਨਹੀਂ, ਤੇ ਫਿਰ ਸਾਨੂੰ ਦੱਸ ਦੇਣਾ ਸੀ ਤਾਂ ਇਹ ਬੇਗੋਵਾਲ ਮੋਰਚਾ ਲਾਇਆ ਹੋਇਆ ਹੈ, ਅਸੀਂ ਉਦੋਂ ਹੀ ਚੱਕ ਲਾਂਗੇ। ਸਾਨੂੰ ਤੁਸੀਂ ਦਿਖਾ ਦਿਓ ਜੇ ਤੁਹਾਨੂੰ ਉਹਨਾਂ ਨੇ ਕਿਹਾ ਹੈਗਾ। ਮੈਂ ਤਾਂ ਤੁਹਾਡੇ ਕੋਲੇ ਬਿਲਕੁਲ ਸਾਫ਼ ਜ਼ਾਹਰ ਸਾਰੇ ਲੋਕਾਂ ਕੋਲੇ ਕਹਿੰਦਾ ਅਸੀਂ ਤਾਂ ਮੋਰਚਾ ਉਦੋਂ ਹੀ ਚੱਕ ਲਾਂਗੇ। ਬੇਅਦਬੀ ਨੂੰ ਲੈ ਕੇ ਕੀ ਲੱਗਦਾ ਕਿ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲਦਾ ਪਿਆ? ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਉਦੋਂ ਇਨਸਾਫ ਨਹੀਂ ਮਿਲਿਆ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਹਾਲੇ ਵੀ ਜਿਹੜੇ ਨੇ ਇਨਸਾਫ ਦੀ ਰਾਹ ਵੱਲ ਲੋਕ ਵੇਖਦੇ ਪਏ ਨੇ। ਸਮੇਤ ਸੈਣੀ ਜਿਹੜੇ ਨੇ ਉਹ ਮੁਲਜ਼ਮ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਨੇ, ਉਹਨਾਂ ਦੇ ਜਿਹੜਾ ਹੱਕ ਦੇ ਵਿੱਚ ਫੈਸਲਾ ਆ ਗਿਆ, ਕਹਿੰਦੇ ਕਿ ਜਿੰਨਾ ਤੱਕ ਵਿਧਾਨ ਸਭਾ ਚੋਣਾਂ ਨਹੀਂ ਹੁੰਦੀਆਂ ਉਹਨਾਂ ਤੱਕ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਹੁਣ ਜਦੋਂ ਸਿਸਟਮ ਹੀ ਸਿੱਖਾਂ ਦੇ ਖਿਲਾਫ ਹੈ ਇੰਡੀਆ, ਇਹਦੀ ਹਕੂਮਤ ਹਿੰਦੂਤਵਾ, ਤੇ ਫੈਸਲੇ ਤਾਂ ਉਹੋ ਜਿਹੇ ਹੀ ਹੋਣਗੇ ਸੈਣੀ ਦੇ ਹੱਕ 'ਚ, ਕਿਉਂ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਅਬਜ਼ਰਵਰ ਜਾਂ ਇੰਚਾਰਜ ਮਿਸਟਰ ਵਾਜਪਾਈ ਬਣੇ ਹੈ ਪੰਜਾਬ ਦੇ, ਉਹ ਕਹਿੰਦੇ ਹੈ ਕਿ ਸੈਣੀ ਨੇ ਹਿੰਦੂਆਂ ਨੂੰ ਬਚਾਇਆ ਹੈ ਤੇ ਸੈਣੀ ਸਾਡਾ ਹੀਰੋ ਹੈ। ਅਸੀਂ ਇਹਦੇ ਖਿਲਾਫ ਸੂਈ ਵੀ ਚੁੱਭਣ ਦੇ ਲਈ ਤਿਆਰ ਨਹੀਂ ਹੈ। ਜੇ ਇਹੋ ਜਿਹੀ ਖਿਆਲਾਤ ਮੈਜੋਰਿਟੀ ਵੱਧ ਗਿਣਤੀ ਦੇ ਹੈਗੇ ਹੈ, ਫਿਰ ਤੁਸੀਂ ਦੱਸੋ ਸਾਨੂੰ ਕਿਵੇਂ ਇਨਸਾਫ ਮਿਲ ਸਕਦਾ? ਅੱਜ ਵੀ ਤੁਸੀਂ ਅਖਬਾਰਾਂ 'ਚ ਦੇਖੋ, ਜਿੰਨਾ ਵੀ ਹਾਈ ਕਮਾਂਡ ਆਮ ਆਦਮੀ ਪਾਰਟੀ ਦਾ ਹੈ, ਉਹ ਜਿਹੜਾ ਰਾਮ ਮੰਦਿਰ ਬਣਾਇਆ ਹੈ ਅਯੋਧਿਆ ਦੇ ਵਿੱਚ, ਉੱਥੇ ਮੂਰਤੀ ਪੂਜਾ ਕਰਨ ਗਿਆ ਹੈ ਤੇ ਸਾਫ਼ ਅਖਬਾਰਾਂ ਨੇ ਲਿਖਿਆ ਹੈ ਕਿ ਇਹ ਤਾਂ ਗਏ ਹੈ ਕਿਉਂ ਕਰਕੇ ਇਹਨਾਂ ਨੇ ਹਿੰਦੂਆਂ ਦੀ ਵੋਟ ਖਾਸ ਲੈਣੀ ਹੈ, ਜਿਹਦਾ ਮਤਲਬ ਹੈ ਉਹ ਸਿੱਖ, ਮੁਸਲਮਾਨ, ਈਸਾਈ ਅਤੇ ਦੂਜਿਆਂ ਦੇ ਖਿਲਾਫ ਹੈਗੇ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਜਦੋਂ ਸਾਰਾ ਸਿਲਸਿਲਾ ਮੈਜੋਰਿਟੇਰੀਅਨ ਹੋ ਗਿਆ ਹੈ, ਕਸ਼ਮੀਰ ਦੇ ਵਿੱਚ 370 ਦਫਾ ਰੱਦ ਕਰਤੀ ਹੈ, 35A ਰੱਦ ਕਰਤੀ ਹੈ, ਉੱਥੇ ਕਾਨੂੰਨ ਜਾਬਰ ਬਣਾਤੇ ਹੈ ਐਫਸਪਾ, ਜਿਹਦੇ ਮਤਹਿਤ ਫੌਜ ਕਿਸੇ ਨੂੰ ਮਾਰ ਸਕਦੀ ਹੈ, ਕਿਸੇ ਨੂੰ ਲੁੱਟ ਸਕਦੀ ਹੈ, ਕਿਸੇ ਨੂੰ ਗਾਇਬ ਕਰ ਸਕਦੀ ਹੈ, ਕਿਸੇ ਨੂੰ ਜਬਰ ਜਨਾਹ ਕਰ ਸਕਦੀ ਹੈ, ਕਿਸੇ ਦੀ ਇੱਜ਼ਤ ਲਾ ਸਕਦੀ ਹੈ, ਅਤੇ ਉਹ ਤਾਂ ਕੇਸ FIR ਲਿਖ ਨਹੀਂ ਸਕਦੇ ਐਫਸਾ ਕਾਨੂੰਨ ਦੇ ਥੱਲੇ। ਅਤੇ ਸੁਪਰੀਮ ਕੋਰਟ ਆਪਣੀ ਜੂਰਿਸਡਿਕਸ਼ਨ ਦੇ ਥੱਲੇ ਉਹ ਕਾਨੂੰਨ ਨੂੰ ਰੱਦ ਨਹੀਂ ਕਰ ਰਹੀ, ਜਦ ਕਿ ਕੌਨਸਟੀਟਿਊਸ਼ਨ ਦੀ 21 ਧਾਰਾ ਕਹਿੰਦੀ ਹੈ ਕਿ no person will be deprived of his life and liberty, ਕਿ ਕਿਸੇ ਬੰਦੇ ਦੀ ਜ਼ਿੰਦਗੀ ਤੇ ਉਹਦੀ ਆਜ਼ਾਦੀ ਨਹੀਂ ਲਈ ਜਾਊਗੀ ਟਿਲ ਇਟ ਗੋਜ਼ ਥਰੂ ਦਾ ਪ੍ਰੋਸੈਸ ਆਫ ਲਾਅ। ਜਿੰਨਾ ਚਿਰ ਕਾਨੂੰਨ ਦੇ ਗੇੜੇ ਦੇ ਵਿੱਚੋਂ ਸਾਰਾ ਕੇਸ ਨਹੀਂ ਨਿਕਲੂਗਾ, ਉਨਾ ਚਿਰ ਕਿਸੇ ਦੀ ਜ਼ਿੰਦਗੀ ਤੇ ਆਜ਼ਾਦੀ ਨਹੀਂ ਲਈ ਜਾ ਸਕਦੀ। ਪਰ ਕਸ਼ਮੀਰ ਦੇ ਵਿੱਚ ਦੇਖ ਲਓ ਕੀ ਕੁਛ ਹੋ ਰਿਹਾ। ਗੁਜਰਾਤ ਦੇ ਵਿੱਚ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਆਪਣੇ ਮੋਦੀ ਸਾਹਿਬ ਜਦੋਂ ਚੀਫ ਮਿਨਿਸਟਰ ਗੁਜਰਾਤ ਸੀ, ਉਹਨਾਂ ਨੇ ਕਤਲੇਆਮ ਕਰਾਤੀ ਹੈ। ਸਿੱਖਾਂ ਦਾ ਅਜੇ ਕੋਈ ਨਤੀਜਾ ਨਹੀਂ ਨਿਕਲਿਆ 1984 ਦਾ, ਜਿਹੜਾ ਰਾਜੀਵ ਗਾਂਧੀ ਨੇ ਕਤਲੇਆਮ ਕਰਾਈ, ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਾਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਸਿੱਖ ਅੱਜ ਸੈਂਟਰ ਦੀ ਕੈਬਨਿਟ ਦੇ ਵਿੱਚ ਵਜ਼ੀਰ ਹੈ ਨਹੀਂ ਗਾ, ਕੋਈ ਵੀ ਇੰਨੇ ਸੂਬੇ ਤੇ ਯੂਨੀਅਨ ਟੈਰੀਟਰੀਜ਼ ਹੈ, ਕੋਈ ਵੀ ਗਵਰਨਰ ਸਿੱਖ ਹੈ ਨਹੀਂ ਗਾ। ਸੁਪਰੀਮ ਕੋਰਟ ਨੇ ਬਣਾਇਆ ਤਾਂ ਸੀ ਹਰਸਿਮਰਤ ਨੂੰ ਛੱਡਤਾ ਉਹਨਾਂ ਨੇ। ਚਲੋ ਉਹ ਤਾਂ ਤੁਸੀਂ ਮਾਹੌਲ ਕਰਦੇ ਹੋ, ਚਲੋ ਇਹ ਉਹ ਤਾਂ ਮੈਨੂੰ ਇੰਟਰਪਟ ਕਰਤਾ। ਕੋਈ ਵੀ ਇਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਹੈ ਨਹੀਂ ਗਾ, ਕੋਈ ਵੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਹੈ ਨਹੀਂ ਗਾ
ਕਿਤੇ ਵੀ ਸਿੱਖ ਸਾਨੂੰ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਿਖਾਈ ਨਹੀਂ ਦਿੰਦਾ। ਨਾ ਹੀ ਇੰਨੇ ਸੂਬੇ ਹੈ ਕਿਸੇ ਸੂਬੇ ਦਾ ਹਾਈ ਕੋਰਟ ਦਾ ਜੱਜ ਸਿੱਖ ਹੈਗਾ। ਸੋ ਮੇਰਾ ਮਤਲਬ ਹੈ ਅਸੀਂ ਕੰਪਲੇਨ ਤਾਂ ਸ਼ਿਕਾਇਤ ਤਾਂ ਕਰ ਸਕਦੇ ਹਾਂ ਤੁਹਾਡੇ ਸਾਹਮਣੇ। ਤੁਸੀਂ ਬੀਬੀ ਹਰਸਿਮਰਤ ਕੌਰ ਦੀ ਗੱਲ ਕੀਤੀ ਹੈ, ਉਹ ਤੇ ਨਾਲ ਤਾਂ ਮੈਨੂੰ ਥੋੜ੍ਹਾ ਜਿਹਾ ਹਾਸਾ ਨਿਕਲਿਆ ਹੈ ਅਤੇ ਨਾਲੇ ਇਹ ਮੈਂ ਸਮਝਿਆ ਤੁਸੀਂ ਮੈਨੂੰ ਇੰਟਰਪਟ ਕਰਤਾ ਹੈ। ਇਹੋ ਜਿਹੀ ਗੱਲ ਨਹੀਂ ਕਰੀਦੀ ਹੁੰਦੀ ਜਦੋਂ ਇਹ ਉਹ ਹੈ ਹੀ ਨਹੀਂ। ਮੈਂ ਤਾਂ ਗੱਲ ਕਰ ਰਿਹਾ ਕਿ ਅੱਜ ਕੈਬਨਿਟ ਦੇ ਵਿੱਚ ਕੋਈ ਸਿੱਖ ਹੈ ਹੀ ਨਹੀਂ ਹੈ। ਅੱਛਾ ਠੀਕ ਹੈ ਮਾਨ ਸਾਹਿਬ, ਜਿੱਧਰ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਦੇ ਵੱਲੋਂ ਜਿਹੜਾ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਧਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਇਹ ਖਾਲਿਸਤਾਨ ਦੇ ਨਾਂ ਦੇ ਉੱਪਰ ਜਿਹੜਾ ਗੁੰਮਰਾਹ ਕੀਤਾ ਜਾਂਦਾ ਸਿੱਖਾਂ ਨੂੰ, ਪਾਕਿਸਤਾਨ ਤੋਂ ਹਥਿਆਰ ਆਉਂਦੇ ਨੇ, ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਬਿਲਕੁਲ ਸੁਰੱਖਿਅਤ ਨੇ। ਮਾਹੌਲ ਤਾਂ ਖਰਾਬ ਹੋ ਰਿਹਾ ਕਿਉਂ ਕਰਕੇ ਵੋਟਾਂ ਨਹੀਂ ਪੈ ਰਹੀਆਂ SGPC ਦੀਆਂ, ਅਤੇ ਦੂਜੇ ਪਾਸੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਇਹ ਰੈਪਰੈਜ਼ੈਂਟੇਟਿਵ ਲੋਕਾਂ ਦੀ ਨਹੀਂ ਹੈ। ਕਿਉਂ ਕਰਕੇ ਕੈਪਟਨ ਸਾਹਿਬ ਤਾਂ ਬਾਹਰ ਹੀ ਨਹੀਂ ਜਾ ਸਕਦੇ। ਹੁਣ ਸਾਰਾਗੜ੍ਹੀ ਦਾ ਮਸਲਾ ਬਹੁਤ ਵੱਡਾ ਸੀ ਫਿਰੋਜ਼ਪੁਰ ਦਾ, ਜਿਹੜਾ ਕੈਪਟਨ ਸਾਹਿਬ ਦਾ ਖਾਸ ਮੁੱਦਾ ਉੱਥੇ ਵੀ ਨਹੀਂ ਜਾ ਸਕੇ। ਕਿਉਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਖਤਰਾ ਹੈ। ਅੱਜ ਤੁਸੀਂ ਇੱਕ MP ਦੀ ਇੰਟਰਵਿਊ ਕਰਕੇ ਆਏ ਹੋ, ਤੁਸੀਂ ਦੇਖਦੇ ਹੋ ਕਿ ਉਹਦੇ ਉੱਤੇ ਸਿਕਿਉਰਿਟੀ ਅਤੇ ਸਿਪਾਹੀ ਕਿੰਨੇ ਲੱਦੇ ਹੋਏ ਸੀਗੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਜੀ ਸਾਡੇ MP ਹੈ MLA ਹੈ, ਉਹ ਤਾਂ ਬਾਹਰ ਹੀ ਨਹੀਂ ਪੈਰ ਕੱਢ ਸਕਦੇ ਬਗੈਰ ਆਪਣੀ ਫੌਜ ਤੋਂ। ਅਤੇ ਮੈਨੂੰ ਤੁਸੀਂ ਕਹਿੰਦੇ ਹੋ ਤੈਨੂੰ ਇਹ ਸੀਟਾਂ ਨਹੀਂ ਮਿਲਦੀਆਂ, ਤੈਨੂੰ MP। ਮੈਂ ਖੁੱਲ੍ਹਾ ਫਿਰਦਾ ਤੁਰਦਾ ਹੈ ਅਤੇ ਉਹਨਾਂ ਨੂੰ ਤਾਂ ਪੁੱਛੋ। ਅੱਜ ਤੁਹਾਨੂੰ ਉਸ ਬੰਦੇ ਨੂੰ ਪੁੱਛਣਾ ਚਾਹੀਦਾ ਸੀ ਤਿਵਾੜੀ ਸਾਹਿਬ ਨੂੰ ਕਿ ਜਨਾਬ ਤੁਸੀਂ ਸਾਡੇ MP ਹੋ, ਨਾ ਕਦੇ ਤੁਸੀਂ ਪੰਜਾਬ ਆਉਂਦੇ ਹੋ, ਨਾ ਤੁਸੀਂ ਅਨੰਦਪੁਰ ਸਾਹਿਬ ਦਾ ਗੇੜਾ ਕਦੇ ਕੱਢਿਆ, ਨਾ ਤੁਸੀਂ ਦਿੱਲੀ ਮਿਲ ਸਕਦੇ ਹੋ, ਤੁਸੀਂ ਰਹਿੰਦੇ ਕਿੱਥੇ ਹੋ? ਮੇਰਾ ਕਹਿਣ ਦਾ ਮਤਲਬ ਉਹ ਬਾਹਰ ਤਾਂ ਨਿਕਲਦੇ ਨਹੀਂ ਜੀ। ਹੁਣ ਮਾਨ ਸਾਹਿਬ ਇਹ ਸਵਾਲ ਅਸੀਂ ਮਨੀਸ਼ ਤਿਵਾੜੀ ਹੁਣਾਂ ਨੂੰ ਵੀ ਕੀਤੇ ਨੇ। ਅੱਛਾ, ਮੈਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਆਏ ਨਾ, 2022 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ, ਇਸ ਵਾਰ ਕਿਸ ਤਰੀਕੇ ਦੇ ਨਾਲ ਪਰਫਾਰਮ ਕਰੋਗੇ? ਕੀ ਤਿਆਰੀਆਂ ਚੱਲਦੀਆਂ ਪਈਆਂ? ਸਾਡੀ ਤਿਆਰੀ ਮੁਕੰਮਲ ਹੈ ਕਿ ਸਿਰਫ ਕਿਸਾਨ ਅਤੇ ਅਕਾਲੀ ਦਲ ਅੰਮ੍ਰਿਤਸਰ ਬਾਹਰ ਲੋਕਾਂ ਦੇ ਵਿੱਚ ਜਾ ਸਕਦੇ ਹੈ। ਕਿਉਂ ਕਰਕੇ ਇਹਨਾਂ ਦੇ ਕੋਲੇ ਮੁੱਦੇ ਹੈਗੇ ਆ ਲੋਕਾਂ ਦੇ, ਅਤੇ ਦੂਜੀਆਂ ਪਾਰਟੀਆਂ ਨੂੰ ਵੱਟੇ ਪੈਂਦੇ ਹੈ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ। ਤੁਸੀਂ ਆਪ ਹੀ ਅੰਦਾਜ਼ਾ ਲਾ ਦਿਓ ਕਿ ਇਸ ਪਾਰਟੀ ਦੀ ਤੰਦਰੁਸਤੀ ਕਿੰਨੀ ਹੈ ਅਤੇ ਕਿੰਨੀ ਬਿਮਾਰੀ ਦੂਜੀਆਂ ਪਾਰਟੀਆਂ ਨੂੰ ਆ ਚੁੱਕੀ ਹੈ। ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਇਸ ਵਾਰ ਲੋਕ ਕਿਹਦੇ ਹੱਕ 'ਚ ਫਤਵਾ ਸੁਣਾਉਣਗੇ? ਕਿਉਂਕਿ ਮੁੱਦੇ ਬਹੁਤ ਨੇ ਪੰਜਾਬ ਦੇ, ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਹੈ। ਤਾਂ ਜਿਸ ਤਰੀਕੇ ਦੇ ਨਾਲ ਤੁਹਾਡੀ ਪਾਰਟੀ ਹੈ, ਇਹਦਾ ਗ੍ਰਾਫ ਹੇਠਾਂ ਨੂੰ ਕਿਉਂ ਆਇਆ, ਉੱਪਰ ਵੱਲ ਕਿਉਂ ਨਹੀਂ ਜਾਂਦਾ ਪਿਆ? ਇਹ ਜਿਹੜੇ ਤੁਸੀਂ ਏਡੇ ਵਧੀਆ ਜਰਨਲਿਸਟ ਹੋ, ਇਹ ਤੁਸੀਂ ਕੱਟਾ ਕੱਟੀ ਕੱਢੋ ਕਿਉਂ ਨਹੀਂ ਪੈਂਦੇ ਹੈਗੇ ਕਿ ਜਿਨ੍ਹਾਂ ਨੂੰ ਵੋਟਾਂ ਪੈਂਦੀਆਂ ਉਹ ਤਾਂ ਟੈਂਕਾਂ ਦੀ ਸਿਕਿਉਰਿਟੀ ਨਾਲ ਬਾਹਰ ਜਾਂਦੇ ਹੈ, ਜਿਨ੍ਹਾਂ ਨੂੰ ਵੋਟਾਂ ਨਹੀਂ ਪੈਂਦੀਆਂ ਅਤੇ ਉਹ ਤਾਂ ਆਮ ਫਿਰਦੇ ਤੁਰਦੇ ਹੈ। ਇਹ ਕੀ ਗੱਲ ਹੈ? ਇਹਦੇ ਵਿੱਚ ਵੀ ਕੋਈ ਨੁਕਸ ਤਾਂ ਹੋਣਾ ਹੀ ਹੈ ਨਾ ਜੀ। ਹਾਂ, ਇਹ ਤਾਂ ਗੱਲਬਾਤ ਕਰਨ ਦੇ ਲਈ ਸੋ ਇਹ ਸਿਮਰਜੀਤ ਸਿੰਘ ਮਾਨ ਹੋਣੀ ਨੇ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਦੀ ਸਾਜ਼ਿਸ਼ ਦੇ ਤਹਿਤ ਜਿਹੜੀਆਂ SGPC ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ, ਕਿਉਂਕਿ ਸਿੱਖਾਂ ਦੇ ਨਾਲ ਜਿਹੜਾ ਉਹ ਇੱਕ ਵਤੀਰਾ ਕੀਤਾ ਜਾ ਰਿਹਾ। ਇਸੇ ਕਾਰਨ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਉਹ ਚੋਣਾਂ ਨਹੀਂ ਕਰਵਾ ਰਹੀਆਂ ਜਾ ਰਹੀਆਂ। ਤੇ ਇਲਜ਼ਾਮ ਇਹ ਵੀ ਲਗਾਏ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਨਾਲ ਮਿਲੇ ਹੋਏ ਨੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।